ਜੋੜਾ ਮਾਜਰਾ ਸਾਹਿਬ, ਤੁਹਾਡੀ ਕੁਆਲੀਫਿਕੇਸ਼ਨ ਨਹੀਂ ਉਨੀ, ਜਿੰਨਾ ਤੁਸੀਂ ਇੰਨਾ ਪੜ੍ਹਾਈ ਦੇ ਲਈ ਸਮਾਂ ਨਹੀਂ ਕੀਤਾ ਜਿੰਨਾ ਉਹਦੇ ਕੋਲ ਤਜਰਬਾ ਹੈ। ਜਿੱਥੇ ਮੈਂ ਕਹਿੰਦਾ ਵੀਸੀ ਗਲਤ ਹੈ ਉਹਨੂੰ ਸਸਪੈਂਡ ਕਰੋ। ਹਰ ਇੱਕ ਬੰਦੇ ਦੀ ਆਪਣੀ ਇੱਜ਼ਤ ਹੈ, ਆਪਣੀ ਰਿਸਪੈਕਟ ਹੈ। ਜੇ ਪਹਿਲ ਵੀਸੀ ਕਰ ਚੁੱਕਾ ਤਾਂ ਉਹ ਸਸਪੈਂਡ ਹੋਣਾ ਚਾਹੀਦਾ ਸੀਗਾ। ਜੇ ਖੂਨ ਦਾ ਬਦਲਾ ਖੂਨ ਨਹੀਂ ਹੈ ਇਸ ਦੇਸ਼ ਦੇ ਵਿੱਚ, ਤਾਂ ਫਿਰ ਕਿਸੇ ਨੂੰ ਜਲੀਲ ਕਰਨ ਦਾ ਬਦਲਾ ਵੀ ਜਲਾਲਤ ਨਹੀਂ ਹੈਗੀ। ਭਗਵੰਤ ਮਾਨ ਦੇ ਬੂਹੇ ਦੇ ਬਾਹਰ 4 ਮਹੀਨਿਆਂ ਤੋਂ ਬੈਠੇ ਨੇ ਬੇਰੁਜ਼ਗਾਰ ਅਧਿਆਪਕ, ਬੇਰੁਜ਼ਗਾਰ ਜਿਨ੍ਹਾਂ ਨੂੰ ਨੌਕਰੀਆਂ ਤੇ ਰੱਖ ਲਿਆ ਗਿਆ, ਕੱਢ ਦਿੱਤੇ ਗਏ ਭਰਤੀ ਵਾਲੇ ਪੰਜਾਬ ਪੁਲਿਸ ਦੀ। ਤਾਂ ਕੀ ਜੋੜਾ ਮਾਜਰਾ ਸਾਹਿਬ ਭਗਵੰਤ ਮਾਨ ਨੂੰ ਬਾਂਹ ਤੇ ਫੜ ਕੇ ਲਿਆਓਗੇ, ਬੂਹੇ ਤੋਂ ਬਾਹਰ ਲਿਆਓਗੇ? ਜਿਸ ਬੂਹੇ ਤੇ ਬੈਠੇ ਆ ਉਸ ਦਿਨ ਅਸੀਂ ਬੈਠੇ ਆ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਆ। 5 ਮਿੰਟ ਦੇ ਵਿੱਚ ਉੱਥੇ ਤੁਸੀਂ ਸੜਕ ਤੇ ਬੈਠੋ, ਪੁੜੇ ਸੜ ਜਾਂਦੇ ਆ। ਭਗਵੰਤ ਮਾਨ ਨੂੰ ਬਿਠਾਓਗੇ ਉਸੇ ਤਰ੍ਹਾਂ ਜਿਵੇਂ ਉਹ ਬੈਠੇ ਆ ਮਿੱਟੀ ਦੇ ਵਿੱਚ। ਜਿਹੜੀ ਕਾਰਵਾਈ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤੀ ਹੈ ਤੁਹਾਡੀਆਂ ਸ਼ਿਕਾਇਤਾਂ ਦੇ ਅਨੁਸਾਰ ਹੋਈ ਹੈ? ਕੀ ਤੁਹਾਡੀਆਂ ਸ਼ਿਕਾਇਤਾਂ ਦੇ ਅਨੁਸਾਰ ਹੋਈ ਹੈ? ਬਾਈ, ਤੁਹਾਡੀਆਂ ਸ਼ਿਕਾਇਤਾਂ ਦੇ ਤਾਂ ਅਮਲ ਹੋਇਆ ਹੀ ਨਹੀਂ ਹਲੇ, ਤੁਸੀਂ ਐਵੇਂ ਤਾੜੀਆਂ ਮਾਰੀ ਜਾਂਦੇ ਹੋ। ਉਹ ਤਾਂ ਇੱਕ ਗੱਦੇ ਨੂੰ ਲੈ ਕੇ ਗੱਦੇ ਤੇ ਪਾ ਦਿੱਤਾ। ਤੁਹਾਡੀਆਂ ਸ਼ਿਕਾਇਤਾਂ ਤਾਂ ਫੇਰ ਉੱਥੇ ਹੀ ਖੜੀਆਂ। ਬਾਈ ਜੀ, ਮੈਂ ਤੁਹਾਨੂੰ ਚੈਲੰਜ ਕਰਦਾ, ਸਿਰਫ 4 ਸਵਾਲ ਕਰਾਂਗੇ ਤੁਹਾਨੂੰ ਤੁਹਾਡੇ ਹੀ ਅਹੁਦੇ ਦੇ ਮੁਤਲਕ। ਜੇ ਤਾਂ ਤੁਸੀਂ ਦੇਗੇ ਜਵਾਬ, ਫਿਰ ਤਾਂ ਤੁਸੀਂ ਕੈਬਨਿਟ ਮੰਤਰੀ ਬਣਨ ਦੇ ਲਾਇਕ, ਨਹੀਂ ਫਿਰ ਇਹ ਜਾਣਬੁੱਝ ਕੇ ਸਾਡੇ ਸਿਰ ਥੋਪੇ ਗਏ ਨੇ ਲੋਕ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਵੇਲੇ ਆਪਾਂ ਲਾਈਵ ਜੁੜੇ ਹਾਂ। ਮੁੱਦਾ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਜ਼ਿਆਦਾ ਭਖਿਆ ਹੋਇਆ ਮੁੱਦਾ ਮਾਮਲਾ। ਜਿਵੇਂ ਕੱਲ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜੀ ਹਸਪਤਾਲ ਦੇ ਵਿੱਚ ਰੇਡ ਮਾਰਦੇ ਨੇ ਤੇ ਉੱਥੇ ਕੀ ਕੁਝ ਹੁੰਦਾ ਹਨਾ। ਵੀਸੀ ਰਾਜ ਬਹਾਦਰ ਜੀ ਨੂੰ ਗੱਦੇ ਤੇ ਲਟਾ ਦਿੱਤਾ ਜਾਂਦਾ, ਉਸ ਗੱਦੇ ਤੇ ਜਿਹੜਾ ਗੰਦਾ ਹੈ। ਹੁਣ ਇਸ ਮਾਮਲੇ ਦੇ ਵਿੱਚ ਮੈਂ ਜ਼ਰੂਰ ਜਿਹੜੇ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਸਰਕਾਰਾਂ ਪੱਖੋਂ ਚੱਲਦੇ ਨੇ, ਉਹਨਾਂ ਨੂੰ ਵੀ ਕਹਾਂਗਾ ਵੀ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਸੱਚਮੁੱਚ ਪੰਜਾਬ ਦੇ ਭਲੇ ਲਈ ਚੁਣਿਆ ਤਾਂ ਪਹਿਲਾਂ ਗੱਲ ਸੁਣ ਲਿਓ, ਉਸ ਤੋਂ ਬਾਅਦ ਆਪਣੇ ਵਿਚਾਰ ਦਿਓ। ਤੇ ਜਿਹੜੇ ਲੋਕ ਇਹ ਕਹਿੰਦੇ ਨੇ ਬਈ ਸਹੀ ਕੀਤਾ, ਉਹ ਵੀ ਸੁਣਨ। ਜਿਹੜੇ ਕਹਿੰਦੇ ਨੇ ਵੀ ਨਹੀਂ ਸਹੀ ਨਹੀਂ ਕੀਤਾ, ਉਹ ਵੀ ਜ਼ਰੂਰ। ਦੋਸਤੋ, ਇਹਦੇ ਚ 2 ਧੜੇ ਬਣ ਚੁੱਕੇ ਆ। ਹੁਣ ਜੇ ਆਪਾਂ ਗੱਲ ਕਰੀਏ ਵੀ ਇੱਕ ਕੈਬਨਿਟ ਮੰਤਰੀ ਐਵੇਂ ਆਉਂਦਾ ਹੈ ਔਰ ਇੱਕ ਵੀਸੀ ਨੂੰ ਜਿਹਦਾ ਬਹੁਤ ਵੱਡਾ ਅਹੁਦਾ, ਬੇਸ਼ੱਕ ਉਸ ਵੀਸੀ ਦੇ ਉੱਤੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਵੀ ਨੇ, ਬਹੁਤ ਲੋਕਾਂ ਨੇ ਬਹੁਤ ਸ਼ਿਕਾਇਤਾਂ ਕੀਤੀਆਂ ਉਹਦੀਆਂ, ਬਹੁਤ ਵਾਰੀ ਨਿਯੁਕਤੀਆਂ ਨੂੰ ਲੈ ਕੇ ਵੀ ਧਾਂਦਲੀ ਸਾਹਮਣੇ ਆਉਂਦੀ ਰਹੀ ਹੈ, ਇਲਜ਼ਾਮਾਂ ਦੇ ਵਿੱਚ ਰਹੇ। ਪਰ ਉਸ ਨੂੰ ਆਪਾਂ ਇਸ ਪੱਖੋਂ ਵੀ ਨਹੀਂ ਨਕਾਰ ਸਕਦੇ ਵੀ ਉਹ ਇੱਕ ਵਿਸ਼ਵ ਪ੍ਰਸਿੱਧ ਡਾਕਟਰ ਨੇ ਸਪਾਈਨ ਦੇ। 22,000 ਤੋਂ ਵੱਧ ਸਰਜਰੀਆਂ ਜਿਸ ਬੰਦੇ ਨੇ ਕੀਤੀਆਂ ਹੋਵੇ ਤੇ ਉਹਨੂੰ 1 ਮਿੰਟ ਦੇ ਵਿੱਚ ਜਲੀਲ ਕਰ ਦਿਓ। ਮੈਂ ਇਹ ਕਹਿੰਦਾ, ਮੈਂ ਕੈਬਨਿਟ ਮੰਤਰੀ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਹਾਡੇ ਕੋਲ ਅਧਿਕਾਰ ਹੈ ਇਹ? ਆਪਾਂ ਗੱਲ ਸਿਰਫ ਜੇ ਗੱਲ ਕਰਦੇ ਆ ਨਾ ਵੀ ਕਾਨੂੰਨ ਦੇ ਦਾਇਰੇ 'ਚ ਰਹੋ ਜੀ, ਸਰਕਾਰਾਂ ਏ ਤੇ ਸਰਕਾਰ ਦੇ ਬਹੁਤ ਉਹਦੇ ਨਾਲ ਲੋਕਤੰਤਰੀ ਤਰੀਕੇ ਨਾਲ ਚੱਲੀ ਹੋਈ ਹੈ। ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਵੀ ਕੀ ਇਸ ਦੇਸ਼ ਦੇ ਵਿੱਚ ਕਤਲ ਦਾ ਬਦਲਾ ਕਤਲ ਹੈ? ਜੇ ਤਾਂ ਹੈ, ਫਿਰ ਜਿਵੇਂ ਲੋਕ ਬਹੁਤ ਕਹਿੰਦੇ ਨੇ ਵੀ ਸਾਨੂੰ ਪਤਾ, ਅਸੀਂ ਇੱਥੋਂ ਦੇ ਲੋਕਲ ਹੈ, ਇਸ ਡਾਕਟਰ ਨੇ ਬਹੁਤ ਮਰੀਜ਼ਾਂ ਨੂੰ ਜਲੀਲ ਕੀਤਾ। ਕਿਉਂਕਿ ਮਰੀਜ਼ ਦੇਖੋ, ਮਰੀਜ਼ ਅਨਪੜ੍ਹ ਵੀ ਹੋ ਸਕਦਾ, ਮਰੀਜ਼ ਡਿਗਰੀ ਵਾਲਾ ਵੀ ਹੋ ਸਕਦਾ, ਤਾਂ ਬਹੁਤ ਇਹ ਵੀ ਹੋ ਸਕਦਾ ਵੀ ਡਿਗਰੀ ਵਾਲਾ ਬੰਦਾ ਵੀ ਉਸ ਗੰਦੇ ਬੈੱਡ ਦੇ ਉੱਤੇ ਜਾ ਕੇ ਪਿਆ ਹੋਵੇ। ਔਰ ਮੈਨੂੰ ਨਹੀਂ ਲੱਗਦਾ ਜਿੰਨਾ ਉਹ ਗੰਦਾ ਸੀਗਾ ਕੋਈ ਇੱਥੇ ਜਾਂਦਾ ਹੋਊਗਾ, ਕਿਉਂਕਿ ਜਦੋਂ ਕਿਤੇ ਕੋਈ ਜਾਵੇ ਨਾ ਤਾਂ ਮਜਬੂਰੀ ਨੂੰ ਵੀ ਕੋਈ ਇੱਥੇ ਇੰਨਾ ਗੰਦੇ ਦੇ ਉੱਤੇ ਨਹੀਂ ਪੈਂਦਾ ਹੁੰਦਾ। ਪਰ ਜੇ ਚਲੋ ਪਿਆ ਵੀ ਹੈ ਤਾਂ ਮੈਂ ਇਹ ਕਹਿੰਦਾ ਵੀ ਜੇ ਕਾਰਵਾਈ ਵੀਸੀ ਦੇ ਉੱਤੇ ਹੀ ਹੋਣੀ ਹੈ
ਤਾਂ ਕੀ ਕਾਰਵਾਈ ਉਹਨੂੰ ਉਹਦੇ ਲਟਾ ਕੇ ਤਾਂ ਫਿਰ ਇੱਥੇ ਤਾਂ ਫਿਰ ਤੇ ਇਹ ਹੋ ਗਿਆ, ਜਦੋਂ ਕਤਲ ਕੋਈ ਕਰ ਦਿੰਦਾ 302 ਲਾ ਕੇ ਧਾਰਾ ਆਪਾਂ ਜੇਲ੍ਹ ਭੇਜਦੇ ਆ ਉਹਨੂੰ। ਇਹ ਤਾਂ ਨਹੀਂ ਕਰਦੇ ਵੀ ਥਾਣੇ 'ਚ ਬੁਲਾਉਂਦਾ ਜੀ ਇੱਕ ਕੈਬਨਿਟ ਮੰਤਰੀ ਵੀ ਨੇ ਕਤਲ ਕੀਤਾ ਸੀ, ਤੇ ਜੇ ਉਹਨੇ ਗੋਲੀਆਂ ਨਾਲ ਮਾਰਿਆ ਤਾਂ ਥਾਣੇ ਦੇ ਵਿੱਚ ਹੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਸ ਕਾਤਲ ਨੂੰ। ਇੱਕ ਕਾਨੂੰਨ ਦਾ ਦਾਇਰਾ ਹੈ ਨਾ, ਤਾਂ ਉਸ ਦਾਇਰੇ ਦੇ ਵਿੱਚ ਰਹਿ ਕੇ ਯਾਰ ਤੁਸੀਂ ਸਸਪੈਂਡ ਕਰੋ, ਡਿਸਮਿਸ ਕਰੋ। ਤੇ ਕੀ ਜ਼ਿੰਮੇਵਾਰੀ ਹੈ ਇਸ ਵੀਸੀ ਦੀ ਹੈ ਉਸ ਗੱਦੇ ਨੂੰ ਦੇਖਣਾ? ਤੇ ਜੇ ਇਹ ਕਹਿੰਦੇ ਆ ਵੀ ਉਹ ਵੀਸੀ ਦੀ ਜ਼ਿੰਮੇਵਾਰੀ ਉਹਨੂੰ ਇਸ ਤਰ੍ਹਾਂ ਹੀ ਜਲੀਲ ਹੋਣਾ ਚਾਹੀਦਾ ਸੀ, ਆਮ ਆਦਮੀ ਪਾਰਟੀ ਦੇ ਔਰ ਬਾਕੀ ਦੇ ਵੀ ਐਮਐਲਏ ਜੇ ਕਹਿੰਦੇ ਆ ਵੀ ਵਧੀਆ ਕੀਤਾ, ਤਾਂ ਫਿਰ ਮੈਂ ਇੱਕ ਗੱਲ ਦਾ ਇਹਨਾਂ ਤੋਂ ਜਵਾਬ ਮੰਗਦਾ। ਭਗਵੰਤ ਮਾਨ ਦੇ ਬੂਹੇ ਦੇ ਬਾਹਰ 4 ਮਹੀਨਿਆਂ ਤੋਂ ਬੈਠੇ ਨੇ ਬੇਰੁਜ਼ਗਾਰ ਅਧਿਆਪਕ, ਬੇਰੁਜ਼ਗਾਰ ਜਿਨ੍ਹਾਂ ਨੂੰ ਨੌਕਰੀਆਂ ਤੇ ਰੱਖ ਲਿਆ ਗਿਆ, ਕੱਢ ਦਿੱਤੇ ਗਏ ਭਰਤੀ ਵਾਲੇ ਪੰਜਾਬ ਪੁਲਿਸ ਦੀ। ਤਾਂ ਕੀ ਜੋੜਾ ਮਾਜਰਾ ਸਾਹਿਬ ਭਗਵੰਤ ਮਾਨ ਨੂੰ ਬਾਂਹ ਤੇ ਫੜ ਕੇ ਲਿਆਓਗੇ, ਬੂਹੇ ਤੋਂ ਬਾਹਰ ਲਿਆਓਗੇ? ਜਿਸ ਬੂਹੇ ਤੇ ਬੈਠੇ ਆ ਉਸ ਦਿਨ ਅਸੀਂ ਬੈਠੇ ਆ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਆ, 5 ਮਿੰਟ ਦੇ ਵਿੱਚ ਉੱਥੇ ਤੁਸੀਂ ਸੜਕ ਤੇ ਬੈਠੋ ਪੁੜੇ ਸੜ ਜਾਂਦੇ ਆ। ਭਗਵੰਤ ਮਾਨ ਨੂੰ ਬਿਠਾਓਗੇ ਉਸੇ ਤਰ੍ਹਾਂ ਜਿਵੇਂ ਉਹ ਬੈਠੇ ਆ ਮਿੱਟੀ ਦੇ ਵਿੱਚ? ਕਿ ਤੁਸੀਂ ਬਿਠਾਓਗੇ ਭਗਵੰਤ ਮਾਨ ਸਾਹਿਬ ਨੂੰ ਲਿਆ ਕੇ ਵੀ ਭਾਈ ਇਹ ਲੋਕ ਬੈਠੇ ਨੇ ਤੂੰ ਵੀ ਬੈਠ? ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਜੇ ਨਹੀਂ ਸੁਣੀਆਂ ਗਈਆਂ ਹੁਣ ਤੱਕ ਵੀਸੀ ਦੇ ਵੱਲੋਂ, ਨਹੀਂ ਇਹਦਾ ਮਤਲਬ ਇਹ ਥੋੜੀ ਆ ਵੀ ਉਹ ਬੰਦਾ ਹੀ ਗਲਤ ਹੋ ਗਿਆ। ਇੱਕ ਪਾਸੇ ਤਾਂ ਯਾਰ ਉਹਨੂੰ ਵਿਸ਼ਵ ਪ੍ਰਸਿੱਧ ਭਾਰਤ ਦੇ 2 ਡਾਕਟਰਾਂ ਚੋਂ ਇੱਕ ਹੈ ਯਾਰ ਉਹ। ਜੋੜਾ ਮਾਜਰਾ ਸਾਹਿਬ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਉਨੀ, ਜਿੰਨਾ ਤੁਸੀਂ ਇੰਨਾ ਪੜ੍ਹਾਈ ਦੇ ਲਈ ਸਮਾਂ ਨਹੀਂ ਕੀਤਾ ਜਿੰਨਾ ਉਹਦੇ ਕੋਲ ਤਜਰਬਾ ਹੈ। ਤੇ ਕੁਝ ਆਪਣੇ ਫਰਜ਼ ਡਿਊਟੀਆਂ ਮੈਂ ਤੁਹਾਨੂੰ ਚੈਲੰਜ ਕਰਦਾ, ਸਿਰਫ 4 ਸਵਾਲ ਕਰਾਂਗੇ ਤੁਹਾਨੂੰ ਤੁਹਾਡੇ ਹੀ ਅਹੁਦੇ ਦੇ ਮੁਤਲਕ। ਜੇ ਤਾਂ ਤੁਸੀਂ ਦੇਗੇ ਜਵਾਬ ਫਿਰ ਤਾਂ ਤੁਸੀਂ ਕੈਬਨਿਟ ਮੰਤਰੀ ਬਣਨ ਦੇ ਲਾਇਕ, ਨਹੀਂ ਫਿਰ ਇਹ ਜਾਣਬੁੱਝ ਕੇ ਸਾਡੇ ਸਿਰ ਥੋਪੇ ਗਏ ਨੇ ਲੋਕ। ਯਾਰ ਤੁਹਾਨੂੰ ਇੰਨਾ ਵੀ ਨਹੀਂ, ਤੁਹਾਨੂੰ ਆਪਣੀ ਪਾਵਰ ਹੀ ਨਹੀਂ ਪਤਾ ਹੈਗੀ। ਉਹ ਉਸ ਬੰਦੇ ਦੇ ਵੀ ਯਾਰ ਕੋਈ ਰਿਸ਼ਤੇ ਨਾਤੇ ਨੇ, ਉਹਦੇ ਨਾਲ ਵੀ ਜੁੜੇ ਹੋਏ ਨੇ। ਤੇ ਮੈਂ ਹਲੇ ਵੀ ਕਹਿੰਦਾ ਵੀ ਠੀਕ ਆ ਉਹ ਦੋਸ਼ੀ ਹੋਊਗਾ ਯਾਰ, ਉਹਨੂੰ ਸਸਪੈਂਡ ਕਰੋ। ਜਿਹੜੇ ਵੀਰ ਇਹ ਕਹਿ ਰਹੇ ਨਾ ਅੱਜ ਵੀ ਵਧੀਆ ਹੋ ਗਿਆ, ਇਹੀ ਹੋਣੀ ਚਾਹੀਦੀ, ਉਹ ਵੀ ਭੁਲੇਖੇ 'ਚ ਨੇ। ਤੁਹਾਡੀਆਂ ਕੰਪਲੇਂਟ ਕੀ ਸੀਗੀਆਂ ਇਹ ਦੱਸੋ? ਤੁਹਾਡੀਆਂ ਕੰਪਲੇਂਟ ਸੀਗੀਆਂ ਹਸਪਤਾਲ ਦੇ ਵਿੱਚ ਸਾਜੋ ਸਮਾਨ ਸਹੀ ਨਹੀਂ ਹੈਗਾ, ਤੁਹਾਡੀਆਂ ਕੰਪਲੇਂਟ ਸੀਗੀਆਂ ਇੱਥੇ ਨਿਯੁਕਤੀਆਂ ਗਲਤ ਤਰੀਕੇ ਨਾਲ ਹੋਈਆਂ, ਤੁਹਾਡੀਆਂ ਕੰਪਲੇਂਟ ਸੀਗੀਆਂ ਵੀ ਸਾਰਾ ਹੀ ਅਦਾਰਾ ਜਿਹੜਾ ਹੈਗਾ ਮਰੀਜ਼ਾਂ ਦੇ ਨਾਲ ਟ੍ਰੀਟ ਨਹੀਂ ਸਹੀ ਕਰ ਰਿਹਾ ਜਾਂ ਮਰੀਜ਼ਾਂ ਨੂੰ ਉੱਥੇ ਤੋਂ ਦਾਖਲ ਨਹੀਂ ਕੀਤਾ ਜਾਂਦਾ। ਤਾਂ ਕੀ ਜਿਹੜੀ ਕਾਰਵਾਈ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤੀ ਹੈ ਤੁਹਾਡੀਆਂ ਸ਼ਿਕਾਇਤਾਂ ਦੇ ਅਨੁਸਾਰ ਹੋਈ ਹੈ? ਕੀ ਤੁਹਾਡੀਆਂ ਸ਼ਿਕਾਇਤਾਂ ਦੇ ਅਨੁਸਾਰ ਹੋਈ ਹੈ? ਬਾਈ ਤੁਹਾਡੀਆਂ ਸ਼ਿਕਾਇਤਾਂ ਤੇ ਤਾਂ ਅਮਲ ਹੋਇਆ ਹੀ ਨਹੀਂ ਹਲੇ, ਤੁਸੀਂ ਐਵੇਂ ਤਾੜੀਆਂ ਮਾਰੀ ਜਾਂਦੇ ਹੋ। ਉਹ ਤਾਂ ਇੱਕ ਗੱਦੇ ਨੂੰ ਲੈ ਕੇ ਗੱਦੇ ਤੇ ਪਾ ਦਿੱਤਾ, ਤੁਹਾਡੀਆਂ ਸ਼ਿਕਾਇਤਾਂ ਤਾਂ ਫੇਰ ਉੱਥੇ ਹੀ ਖੜੀਆਂ ਬਾਈ ਜੀ। ਤੇ ਤੁਹਾਡੀਆਂ ਸ਼ਿਕਾਇਤਾਂ ਦੇ ਉੱਤੇ ਤਾਂ ਅਮਲ ਨਹੀਂ ਹੋਇਆ ਹਲੇ, ਤੇ ਤੁਸੀਂ ਤਾੜੀਆਂ ਕਾਹਦੀਆਂ ਵਜਾਈ ਜਾਂਦੇ ਹੋ? ਵਧੀਆ ਹੋ ਗਿਆ ਜੀ, ਐ ਹੋ ਗਿਆ, ਅਗਲਾ ਕੋਈ ਆ ਜਾਊਗਾ ਫੇਰ ਤੁਸੀਂ ਉੱਥੇ ਹੀ ਆ। ਜਿਹੜੀ ਤੁਹਾਡੀ ਸਮੱਸਿਆ ਉਹਦਾ ਹੱਲ ਕਰਵਾਉਣ ਵੱਲ ਧਿਆਨ ਦਿਓ। ਜਿਹਦਾ ਹੱਲੇ ਹੱਲ ਵੀ ਨਹੀਂ ਹੋਇਆ ਤੇ ਉਹਦਾ ਵੀ ਤੁਸੀਂ ਉਹ ਕਰੀ ਜਾਂਦੇ ਹੋ। ਯਾਰ ਘੱਟੋ ਘੱਟ ਮੈਂ ਕਹਿੰਦਾ ਸਹੀ ਨੂੰ ਸਹੀ, ਗਲਤ ਨੂੰ ਗਲਤ ਤਾਂ ਕਹਿ ਲਓ। ਜਿੱਥੇ ਮੈਂ ਕਹਿੰਦਾ ਵੀਸੀ ਗਲਤ ਹੈ ਉਹਨੂੰ ਸਸਪੈਂਡ ਕਰੋ। ਹਰ ਇੱਕ ਬੰਦੇ ਦੀ ਆਪਣੀ ਇੱਜ਼ਤ ਹੈ, ਆਪਣੀ ਰਿਸਪੈਕਟ ਹੈ। ਜੇ ਪਹਿਲ ਵੀਸੀ ਕਰ ਚੁੱਕਾ ਤਾਂ ਉਹ ਸਸਪੈਂਡ ਹੋਣਾ ਚਾਹੀਦਾ ਸੀਗਾ। ਜੇ ਖੂਨ ਦਾ ਬਦਲਾ ਖੂਨ ਨਹੀਂ ਹੈ ਇਸ ਦੇਸ਼ ਦੇ ਵਿੱਚ, ਤਾਂ ਫਿਰ ਕਿਸੇ ਨੂੰ ਜਲੀਲ ਕਰਨ ਦਾ ਬਦਲਾ ਵੀ ਜਲਾਲਤ ਨਹੀਂ ਹੈਗੀ। ਉਹਦੇ ਦਾਇਰੇ ਨੇ ਕਾਨੂੰਨ ਦੀਆਂ, ਹਰ ਇੱਕ ਮੱਦ ਦੇ ਵਿੱਚ, ਹਰ ਇੱਕ ਉਹਦੇ ਵਿੱਚ ਧਾਰਾਵਾਂ ਨੇ। ਉਹਨਾਂ ਧਾਰਾਵਾਂ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਜੇ ਐਸਾ ਨਹੀਂ ਹੈ ਤਾਂ ਫਿਰ ਸਵਾਲ ਫਿਰ ਉੱਥੇ ਹੀ ਆ ਬਈ ਜਦੋਂ ਭਗਵੰਤ ਮਾਨ ਦੇ ਖਿਲਾਫ ਜਾਂ ਹੋਰ ਮੰਤਰੀਆਂ ਦੇ ਖਿਲਾਫ ਜਿੱਥੇ ਜਿੱਥੇ ਧਰਨੇ ਲੱਗੇ ਹੋਏ ਆ, ਜਿਵੇਂ ਦੇ ਧਰਨਿਆਂ ਦੇ ਵਿੱਚ ਉਹ ਬੈਠੇ ਨੇ ਧਰਨਾਕਾਰੀ, ਤਾਂ ਜਲਾਲਤ ਉਹ ਵੀ ਮਹਿਸੂਸ ਕਰਦੇ ਨੇ, ਉਹਨਾਂ ਦੇ ਵੀ ਪਰਿਵਾਰ ਨੇ। ਤਾਂ ਫਿਰ ਇਹਨਾਂ ਮੰਤਰੀਆਂ ਨੂੰ ਖੜਾ ਕੇ ਉਸੇ ਤਰ੍ਹਾਂ ਉੱਥੇ ਹੀ ਬਿਠਾਇਆ ਜਾਵੇ। ਬਾਈ ਜੀ 32 ਪੇਜਾਂ ਦਾ 32 ਪੇਜ ਨੇ ਤਜਰਬਾ ਵਿੱਚ। ਪੜ੍ਹਾਈ 1970 ਤੋਂ ਸ਼ੁਰੂ ਹੋ ਜਾਂਦੀ ਹੈ, BSc ਤੋਂ ਲੈ ਕੇ 2010 ਤੱਕ ਪੜ੍ਹਾਈ ਕਰਦੇ ਆ ਡਾਕਟਰ।
ਇਹ ਸਿਰਫ ਜਿਹੜਾ ਮਸਲਾ ਚੱਲ ਰਿਹਾ ਸੀ ਨਾ ਏਜੀ ਦਾ, ਰਾਘਵ ਚੱਡੇ ਵਾਲਾ, ਉਹਨੂੰ ਠੰਡਾ ਕਰਨ ਦੇ ਲਈ 2 ਮੁੱਦੇ ਉਠਾਏ ਗਏ ਆ। ਨਜਾਇਜ਼ ਜ਼ਮੀਨਾਂ ਤੇ ਹੁਣ ਤੱਕ ਭਗਵੰਤ ਮਾਨ ਆਪ ਕਿਉਂ ਨਹੀਂ ਗਏ ਰੇਡ ਮਾਰਨ, ਹੁਣੇ ਕਿਉਂ ਗਏ ਆ? ਤੇ ਕੋਰਟ ਕੇਸ ਜਿਹੜਾ ਜ਼ਮੀਨਾਂ ਦਾ ਚੱਲਦਾ ਉਹਨਾਂ ਨੂੰ ਨਜਾਇਜ਼ ਦੱਸ ਕੇ ਕਿਤੇ ਇਹ ਨਾ ਹੋਵੇ ਆਉਣ ਵਾਲੇ ਕੁਝ ਮਹੀਨਿਆਂ ਦੇ ਬਾਅਦ ਜਦੋਂ ਕੋਰਟ ਕਵੇ ਤੇ ਫਿਰ ਮਾਫੀਆਂ ਮੰਗਣ ਲੱਗ ਜਾਣ ਕੇਜਰੀਵਾਲ ਦੀ ਤਰ੍ਹਾਂ। ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜੇ ਉਹ ਨਜਾਇਜ਼ ਜ਼ਮੀਨ ਸੀ ਉਹਦੇ ਵਿੱਚ ਸਿਮਰਨਜੀਤ ਮਾਨ ਦੇ ਵੀ, ਤਾਂ ਮੈਂ ਉਹਨਾਂ ਨੂੰ ਵੀ ਕਹਾਂਗਾ ਜੇ ਇਹ ਸੱਚੇ ਲੋਕ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ, ਜੇ ਝੂਠਿਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਨੇ ਦੱਸ ਦੇਣਾ। ਪਰ ਤੁਸੀਂ ਗੱਲ ਸਿੱਖੀ ਦੀ ਕਰਦੇ ਹੋ, ਸਿੱਖੀ ਸਿਧਾਂਤਾਂ ਦੀ ਕਰਦੇ ਹੋ, ਤੇ ਤੁਹਾਡੇ ਲਈ ਵੀ ਫਿਰ ਜੇ ਜ਼ਮੀਨ ਇਹ ਨਜਾਇਜ਼ ਸੀ ਆਉਣ ਵਾਲੇ ਸਮੇਂ 'ਚ ਨਿਕਲਦੀ ਹੈ, ਮੈਂ ਅੱਜ ਹੀ ਕਹਿ ਦਿੰਦਾ, ਤਾਂ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੋ ਜਿਹੜੇ ਲੋਕ ਸਿਰਫ ਧਰਮ ਦੇ ਨਾਂ ਦਾ ਮਖੌਟਾ ਪਾਉਂਦੇ ਆ। ਕੋਈ ਪਿਛੋਕੜ ਦੇ ਵਿੱਚ ਤੁਹਾਡੇ ਕਿਸੇ ਉਹਨੂੰ ਦੇਖ ਕੇ ਕਰ ਸਕਦਾ, ਪਰ ਅਸੀਂ ਸਿਰਫ, ਮੈਂ ਤਾਂ ਇੱਥੇ ਚੱਲਦਾ ਵੀ ਆਪਾਂ ਤਾਂ ਭਵਿੱਖ ਦੇ ਵਿੱਚ ਬਹੁਤ ਲੋਕ ਬਹੁਤ ਚੰਗੇ ਹੁੰਦੇ ਆ, ਮੱਤ ਤਾਂ ਕਿਸੇ ਦੀ ਵੀ ਕਦੇ ਵੀ ਖਰਾਬ ਹੋ ਸਕਦੀ ਹੈ ਨਾ ਬਾਈ ਜੀ। ਫਿਰ ਤੁਸੀਂ ਸਿਰਫ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਚੋਂ। ਮਾਨ ਸਾਹਿਬ ਤੁਹਾਨੂੰ ਕਹਿ ਰਿਹਾ, ਮੈਂ ਤੁਹਾਡੇ ਪਰਿਵਾਰ ਨੂੰ ਕਹਿ ਰਿਹਾ, ਪਰ ਜੇਕਰ ਉਹ ਕਹਿ ਰਹੇ ਅਸੀਂ ਕ੍ਰਿਮੀਨਲ ਕੇਸ ਕਰਨਾ, ਉਹ ਜਿੱਤ ਜਾਂਦੇ ਆ, ਤਾਂ ਇਹ ਬੇਈਮਾਨ ਲੋਕ ਸਿਰਫ ਭੰਡਣ ਲਈ, ਤਾਂ ਜੋ ਇਹਨਾਂ ਲੋਕਾਂ ਨੂੰ ਬਦਨਾਮ ਕੀਤਾ ਜਾ ਸਕੇ ਤੇ ਜਿਹੜੇ ਹੁਣ ਦੇ ਮੁੱਦੇ ਚੱਲ ਰਹੇ ਆ ਉਹਨਾਂ ਨੂੰ ਠੰਡਾ ਕੀਤਾ ਜਾ ਸਕੇ। ਠੰਡੇ ਐਵੇਂ ਨਹੀਂ ਹੋਏ ਕਰਦੇ। ਤੁਸੀਂ ਚਾਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਚੱਲਦੇ ਹੋ, ਬਹੁਤ ਪਲੈਨਿੰਗ ਦੇ ਨਾਲ ਚੱਲਦੇ ਆ ਇਹ, ਪਰ ਅਸੀਂ ਜ਼ਰੂਰ ਕਹਿੰਦੇ ਆ ਵੀ ਸੱਚ ਨੂੰ ਸੱਚ, ਤੇ ਜਿੱਥੇ ਸਵਾਲ ਨੇ ਉੱਥੇ ਸਵਾਲ ਕਰਾਂਗੇ, ਚੁੱਕਾਂਗੇ, ਚਾਹੇ ਸਾਡੇ ਆਪਣੇ ਹੋਣ, ਚਾਹੇ ਅਸੀਂ ਕਿਸੇ ਦੀ ਸਪੋਰਟ ਕੀਤੀ ਹੋਵੇ। ਮੇਰੀ ਕੋਈ ਆਪਣੀ ਨਿੱਜੀ, ਮੈਂ ਤਾਂ ਕੋਈ ਪਾਰਟੀ ਦਾ ਮੈਂਬਰ ਨਹੀਂ ਹੈ। ਉਹ ਤੇ ਵੀਰ ਮੇਰਾ ਇੱਕ, ਜਦੋਂ ਭਰਾ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਤਾਂ ਉਹ ਇੱਕ ਵਾਰ ਮੈਨੂੰ ਫੋਨ ਦੇ ਵਿੱਚ ਕਹਿ ਗਿਆ ਵੀ ਬਾਈ ਜੀ ਅਸੀਂ ਮਦਦ ਕਰਨੀ ਹੈ। ਮੈਂ ਪੱਤਰਕਾਰੀ ਛੱਡ ਕੇ ਵੀ ਮਦਦ ਕਰਨ ਗਿਆ ਮਾਨ ਸਾਹਿਬ ਦੀ, ਕਿਉਂਕਿ ਦੀਪ ਸਿੱਧੂ ਦੇ ਬੋਲ ਮੇਰੇ ਕੰਨਾਂ 'ਚ ਬਾਰ-ਬਾਰ ਪੈ ਰਹੇ ਸੀ ਵੀ ਯਾਰ ਚੱਲ ਹੀ ਗਿਆ ਬੰਦਾ, ਤੇ ਚਲੋ ਕੋਈ ਗੱਲ ਨਹੀਂ ਆ, ਉਹਦਾ ਉਨਾ ਕੁ ਆਪਾਂ ਸਾਥ ਦਿੱਤਾ ਜਿੰਨੇ ਉਹਦੇ ਬੋਲ ਸੀਗੇ ਭਗਾਏ। ਉਸ ਤੋਂ ਬਾਅਦ ਮੈਂ ਫੇਰ ਨਿਰਪੱਖ, ਆਪਾਂ ਤਾਂ ਜਦੋਂ ਜਿਹਦੀ ਗਲਤੀ ਨਿਕਲਾਂਗੀ ਅਸੀਂ ਬੋਲਾਂਗੇ, ਅਸੀਂ ਕਿਸੇ ਦੀਆਂ ਭੇਡਾਂ ਨਹੀਂ ਹੈਗੀਆਂ, ਠੀਕ ਹੈ? ਭੇਡਾਂ ਤੁਸੀਂ ਹੋ ਤੇ ਤੁਸੀਂ ਛਾਲਾ ਮਾਰੀ ਜਾਂਦੇ ਹੋ ਜੀ, ਆਹ ਦੇਖੋ ਜੀ ਮੰਤਰੀ ਨੇ ਸਹੀ ਕੀਤਾ, ਸਹੀ ਕੀਤਾ, ਫਿਰ ਬਰਾਬਰ ਕਹੋ ਨਾ। ਜੇ ਤੁਹਾਡੇ 'ਚ ਦਮ ਹੈਗਾ ਏ ਤਾਂ ਕਹੋ, ਮੈਂ ਕਹਿੰਦਾ ਚਲੋ ਸਹੀ ਕੀਤਾ, ਤੁਹਾਨੂੰ ਮੈਂ ਉਹ ਕਰਦਾ ਵੀ ਆਪਾਂ ਨੇ ਬਹੁਤ ਸਹੀ ਕੀਤਾ ਮੰਤਰੀ ਸਾਹਿਬ ਨੇ, ਤੇ ਉਹੀ ਮੰਤਰੀ ਨੂੰ ਸਵਾਲ ਕਰੋ ਜਾ ਕੇ ਵੀ ਆ ਜਾ ਬਈ, ਆ ਜਾਓ। ਭਗਵੰਤ ਮਾਨ ਦੇ ਬਾਰ ਦੇ ਮੂਹਰੇ ਚਿੱਕੜ ਹੋਇਆ ਪਿਆ, ਜਿੱਥੇ ਵਿਚਾਰੇ ਉੱਥੇ ਵੀ ਬੈਠੇ ਨੇ, ਮਾਵਾਂ ਆਈਆਂ ਹੋਈਆਂ ਉਹਨਾਂ ਦੀਆਂ, ਉਹ ਪਰਿਵਾਰ ਨਹੀਂ ਜਲੀਲ ਹੋ ਰਹੇ। ਮਾਨ ਨੂੰ ਕਹੋ ਬੈਠੇ ਇੱਥੇ ਇਹਨਾਂ ਦੇ ਨਾਲ। ਫਿਰ ਬਹੁਤ ਔਖਾ ਤੁਹਾਡਾ ਲੋਕਾਂ ਦਾ, ਇਹ ਆਈਟੀ ਸੈੱਲ ਇਹਨਾਂ ਨੇ ਆਪਣੇ ਛੱਡੇ ਹੋਏ ਨੇ। ਸੋ ਆਪਾਂ ਜ਼ਰੂਰ ਬੇਨਤੀ ਕਰਦੇ ਆਂ ਬਈ ਭਾਈ ਪੰਜਾਬ ਦੇ ਭਲੇ ਲਈ ਤੁਸੀਂ ਉਹ ਕਰੋ, ਪੰਜਾਬ ਦਾ ਭਲਾ ਸੋਚੋ ਯਾਰ, ਪੰਜਾਬ ਲਈ ਕੁਝ ਕਰੋ। ਸੋ ਐਵੇਂ ਨਹੀਂ ਉਹ ਕਰੀ ਜਾਈਦਾ ਹੁੰਦਾ ਵੀ ਸਿਰਫ ਜੀ ਆਪਾਂ ਨੇ ਦੇਖ ਲਿਆ ਜੀ ਤਾਂ ਆਪਾਂ, ਜਿੱਥੇ ਤਾਂ ਗਲਤ ਕਰਤਾ ਸਰਕਾਰ ਨੇ ਉੱਥੇ ਚੁੱਪ ਵੱਟ ਲੈਂਦੇ ਆ ਤੁਸੀਂ ਲੋਕ, ਤੇ ਜਿੱਥੇ ਸਰਕਾਰ ਤੁਹਾਨੂੰ ਲੱਗਦਾ ਵੀ ਸਹੀ ਆ ਜੀ ਤੇ ਉੱਥੇ ਤੁਸੀਂ ਛਾਲਾ ਮਾਲਾ ਦੂਜਿਆਂ ਨੂੰ ਭੰਡਣ ਲੱਗ ਜਾਂਦੇ ਹੋ। ਤਾਂ ਸਵਾਦ ਤਾਂ ਆਵੇ, ਫਿਰ ਤੇ ਤੁਸੀਂ ਸਿਰਫ ਟੱਟੂ ਹੋ ਪਹਾੜੇ ਦੇ, ਜਿਹੜੇ ਸਰਕਾਰਾਂ ਦੀ ਬੋਲੀ ਬੋਲਦੇ ਹੋ, ਜਿਹੜੇ ਉਹਨਾਂ ਲੋਕਾਂ ਚੋਂ ਟਾਊਟਾਂ ਚੋਂ ਤੁਸੀਂ ਜਿਨ੍ਹਾਂ ਨੇ ਪਿੱਛੇ ਸਾਡੇ ਮਾਵਾਂ ਦੇ ਪੁੱਤ ਮਰਵਾਏ ਆ। ਹੋਰ ਕੌਮਾਂ ਦੇ ਲੋਕ ਤਾਂ ਨਹੀਂ ਕਿਸੇ ਦੀਆਂ ਲੱਤਾਂ ਖਿੱਚਦੇ, ਸਾਡੇ ਪੰਜਾਬੀਓ ਆ। ਤੇ ਭਗਵੰਤ ਮਾਨ ਦੇ ਐਮਐਲਏ ਚੋਂ 6 ਐਮਐਲਏ ਆ ਜਿਨ੍ਹਾਂ ਕੋਲ ਡਾਕਟਰੀ ਹੈ, ਤੇ ਉਹਨਾਂ ਨੂੰ ਨਹੀਂ, ਉਹਨਾਂ ਚੋਂ ਨਹੀਂ ਕੋਈ ਕਾਬਿਲ ਬੰਦਾ ਲੱਗਿਆ ਇਹਨਾਂ ਨੂੰ ਵੀ ਆਪਾਂ ਬਣਾ ਦਈਏ ਯਾਰ ਕੈਬਨਿਟ ਮੰਤਰੀ। 12ਵੀਂ ਪਾਸ ਜਦੋਂ ਸਾਡੇ ਸਿਹਤ ਮੰਤਰੀ ਬਣਨਗੇ ਤਾਂ ਸਿਹਤ ਦਾ ਹਾਲ ਦੇਖ ਲਿਓ। ਤੇ ਇੱਕ ਹੋਰ ਮੈਂ ਦੱਸ ਦਿੰਦਾ ਬਾਈ ਤੁਹਾਨੂੰ, ਉਹ ਉੱਥੇ ਇੱਕ ਲੇਬਰ ਰੂਮ ਹੈ, ਲੇਬਰ ਰੂਮ ਦੇ ਅੰਦਰ ਜੁੱਤੀਆਂ ਨਹੀਂ ਲਿਜਾ ਸਕਦੇ, ਤੁਸੀਂ ਜੁੱਤੀਆਂ ਪਾ ਕੇ ਨਹੀਂ ਜਾ ਸਕਦੇ, ਕਿਉਂਕਿ ਉੱਥੇ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਜੇ ਅੰਦਰ ਤੁਸੀਂ ਜਾਂਦੇ ਹੋ ਮਰੀਜ਼ ਨੂੰ। ਤੇ ਮੰਤਰੀ ਸਾਹਿਬ ਤਾਂ ਖੁਦ ਹੀ ਪੂਰਾ ਨਾਲ ਟੱਬਰ ਲਾਣਾ ਤੋਰਿਆ ਹੋਇਆ ਆਪਣਾ, ਸਾਰੀ ਜੁੱਤੀਆਂ ਪਾ ਕੇ ਅੰਦਰ ਵੜ ਗਏ, ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੈ। ਫਿਰ ਜੇ ਡਾਕਟਰ ਗਲਤ ਸੀ ਤਾਂ ਤੁਸੀਂ ਵੀ ਗਲਤ, ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ।
ਅਸੀਂ ਚੈਲੰਜ ਕਰਦੇ ਹਾਂ, ਤੁਹਾਨੂੰ 4 ਸਵਾਲ ਪੁੱਛਾਂਗੇ, ਇੱਕ ਦਾ ਜਵਾਬ ਦੇ ਦਿਓ, ਫਿਰ ਤੁਸੀਂ ਕਾਬਲ ਹੋ। ਪਰ ਤੁਸੀਂ ਤਾਂ ਜਦੋਂ ਤੁਹਾਨੂੰ ਫੋਨ ਕਰੋ ਜੀ, ਤੁਸੀਂ ਤਾਂ ਫੋਨ ਵੀ ਨਹੀਂ ਚੱਕਦੇ, ਜਾਂ ਕਹਿ ਦਿੰਦੇ ਜੀ ਮੰਤਰੀ ਸਾਹਿਬ ਬੈਠੇ ਜੀ, ਮੁੜ ਕੇ ਕਰਵਾਉਂਦੇ ਜੀ, ਆਹ ਕਰਵਾਉਂਦੇ। ਤੁਹਾਨੂੰ ਜਵਾਬ ਦੇਣੇ ਨਹੀਂ ਨਾ ਆਉਂਦੇ, ਕਿਉਂਕਿ ਇਸ ਕਰਕੇ ਅਸੀਂ ਜ਼ਰੂਰ ਤੁਹਾਨੂੰ ਕਹਾਂਗੇ ਭਾਈ, ਜਿਹੜੇ ਕਾਬਿਲ ਲੋਕ ਨੇ ਤੁਹਾਡੇ, ਜੇ ਹੁਣ ਆਪਾਂ ਕਹੀਏ ਮੈਨੂੰ ਗੱਡੀ ਚਲਾਉਣੀ ਆਉਂਦੀ ਹੈ ਬਾਈ, ਜੇ ਕੋਈ ਮੈਨੂੰ ਕਹੇ ਵੀ ਬਾਈ ਜੇਸੀਬੀ ਮਸ਼ੀਨ ਦੇ ਨਾਲ ਟਰੱਕ ਭਰ ਦੇ, ਨਾਲੇ ਤਾਂ ਟਰੱਕ ਭੰਨੂਗਾ ਮੈਂ, ਨਾਲੇ ਜੇਸੀਬੀ ਭੰਨੂਗਾ, ਹੋ ਸਕਦਾ ਜੇ ਕੋਈ ਥੱਲੇ ਖੜਾ ਹੋਇਆ ਉਹਦਾ ਵੀ ਸਿਰ ਫੁੱਟੇਗਾ। ਜਾਂ ਕਿਸੇ ਨੂੰ ਕਹਿ ਦਈਏ ਵੀ ਟੋਕਾ ਵਾਲੀ ਮਸ਼ੀਨ ਚਲਾ ਲਾ, ਉਹਨੂੰ ਚਲਾਉਣੀ ਨਾ ਹੋਵੇ, ਫਿਰ ਤਾਂ ਅਗਲਾ ਆਪਣੀ ਬਾहें ਵੱਢੂਗਾ। ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਾਬਿਲ ਨੇ, ਜਿਸ ਅਹੁਦੇ ਦੇ ਨੇ, ਉਹ ਕੁਮਰ ਵਿਜੇ ਪ੍ਰਤਾਪ ਸਾਹਿਬ ਇਹਨਾਂ ਨੂੰ ਚੁਭਦੇ ਬਹੁਤ ਹੈ, ਪਰ ਉਹ ਇਮਾਨਦਾਰ ਬੰਦਾ। ਮੈਂ ਦਿਨੇਸ਼ ਚੱਡੇ ਦੀ ਵੀ ਗੱਲ ਕੀਤੀ ਕਿ ਦਿਨੇਸ਼ ਚੱਡੇ ਦੀ ਪਹਿਲਾਂ ਵੀ ਬਹੁਤ ਵਧੀਆ ਸਪੀਚ ਕਰਕੇ ਆਏ, ਸਾਡੇ ਇਲਾਕੇ ਦੇ ਰੋਪੜ ਦੇ ਆ, ਪੜ੍ਹੇ ਲਿਖੇ ਆ ਉਹ, ਤੇ ਉਹਨਾਂ ਨੂੰ ਦੇ ਦਿਓ ਯਾਰ ਕੋਈ ਅਹੁਦਾ, ਘੱਟੋ ਘੱਟ ਪੜ੍ਹਿਆ ਲਿਖਿਆ ਨੂੰ ਤਾਂ ਦੇ ਦਿਓ। ਇਹ ਸਿਰਫ 12ਵੀਂ ਪਾਸ ਜਾਂ ਉਹੇ ਜਿਹੇ ਲੋਕ ਰਖਾ ਕੇ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਸਿਰਫ ਦਿਮਾਗ ਤੋਂ ਨਾ ਸੋਚ ਸਕਣ, ਜਿਹੜੇ ਜਿਨ੍ਹਾਂ ਨੂੰ ਜਿਵੇਂ ਕਹਿਤਾ ਉਵੇਂ ਕਰ ਦੇਣ, ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਭਗਵੰਤ ਮਾਨ ਨੂੰ ਜੇ ਲਾਉਣਾ ਵੀ ਪਵੇ ਨਾ ਤਾਂ ਬਹੁਤ ਆਸਾਨੀ ਦੇ ਨਾਲ ਲਾਇਆ ਜਾ ਸਕੇ। ਭਗਵੰਤ ਮਾਨ ਤੇ ਤਾਂ ਫੈਸਲੇ ਹੀ ਨਹੀਂ ਲਏ ਹੋਏ, ਇਹ ਤੇ ਆਪਣੀ ਟੀਮ ਹੀ ਨਹੀਂ ਕੰਟਰੋਲ ਹੋਈ। ਜਿਹੜਾ ਵੀ ਕੋਈ, ਜੇ ਕੋਈ ਮੰਤਰੀ ਕਰਦਾ ਸੀ ਉਹਦਾ ਵਿਰੋਧ ਹੋ ਜਾਂਦਾ ਸੀਗਾ, ਜੇ ਕੋਈ ਏਜੀ ਲੱਗਦਾ ਸੀ ਜਾਂ ਡੀਜੀਪੀ ਲਗਾਇਆ ਜਾਂਦਾ ਸੀ ਉਹਦਾ ਵਿਰੋਧ ਹੋ ਜਾਂਦਾ ਸੀ, ਫਿਰ ਸਾਨੂੰ ਬਦਲਣੇ ਪੈਂਦੇ ਸੀ। ਹੁਣ ਅਸੀਂ ਮੁੱਖ ਮੰਤਰੀ ਨੂੰ ਬਦਲਣ ਲੱਗੇ ਹਾਂ। ਇਹ ਸਾਰੀਆਂ ਚਾਲਾਂ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ, ਮਾਨ ਸਾਹਿਬ ਨੂੰ ਵੀ ਸਮਝਣ ਦੀ ਲੋੜ ਹੈ। ਜੇ ਹੁਣ ਭਗਵੰਤ ਮਾਨ ਨਹੀਂ ਮਿਲ ਰਿਹਾ, ਜਿਵੇਂ ਤੁਸੀਂ ਕਹਿੰਦੇ ਹੋ ਜੀ, ਉਹ ਤਾਂ ਸਾਨੂੰ ਮਿਲਦਾ ਹੀ ਨਹੀਂ ਸੀ BC। ਜੇ ਭਗਵੰਤ ਮਾਨ ਨਹੀਂ ਮਿਲ ਰਿਹਾ ਤਾਂ ਭਗਵੰਤ ਮਾਨ ਨੂੰ ਹੰਕਾਰੀ ਕਹੀਏ ਵੀ ਉਹ ਵੀ ਹੰਕਾਰੀ ਹੈ। ਅਗਲਾ ਕਹਿੰਦਾ ਨਹੀਂ ਟਾਈਮ ਲੱਗ ਰਿਹਾ ਬਾਈ, ਮੈਂ ਹੋਰ ਬਹੁਤ ਕੰਮ ਹੈ। ਇਸੇ ਤਰ੍ਹਾਂ ਉਹ ਡਾਕਟਰ ਉਹ ਹੈ ਜਿਨ੍ਹਾਂ ਰਾਤ ਦੇ 2-2 3-3 ਵਜੇ ਤੱਕ ਵੀ ਆਪਰੇਸ਼ਨ ਕੀਤੇ ਨੇ। ਬਹੁਤ ਲੋਕਾਂ ਲਈ ਉਹ ਹੰਕਾਰੀ ਹੋਊਗਾ, ਤੇ ਜਿਨ੍ਹਾਂ ਦੀ ਜਾਨ ਬਚਾਈ ਹੈ ਉਹਨੇ, ਉਹਨਾਂ ਲਈ ਰੱਬ ਵੀ ਹੋਊਗਾ ਯਾਰ। ਅਸੀਂ ਬਹੁਤ ਲੋਕਾਂ ਲਈ ਹੰਕਾਰੀ ਹੋ ਸਕਦੇ ਹਾਂ, ਅਸੀਂ ਬਹੁਤ ਲੋਕਾਂ ਲਈ ਚੰਗੇ ਵੀ ਹੋ ਸਕਦੇ ਹਾਂ। ਤੁਸੀਂ ਬਹੁਤ ਲੋਕਾਂ ਲਈ ਹੰਕਾਰੀ ਹੋ ਸਕਦੇ ਹੋ, ਤੁਸੀਂ ਬਹੁਤ ਲੋਕਾਂ ਲਈ ਚੰਗੇ ਵੀ ਹੋ ਸਕਦੇ ਹੋ। ਪਰ ਇਹਦਾ ਮਤਲਬ ਇਹ ਥੋੜੀ ਹੁੰਦਾ ਨਾ ਵੀ ਤੁਸੀਂ ਭੰਡਣ ਹੀ ਲੱਗ ਜਾਓ। ਇਸ ਕਰਕੇ ਮੇਰੀ ਬੇਨਤੀ ਹੈ, ਕਿਰਪਾ ਕਰਕੇ ਪੰਜਾਬ ਨੂੰ ਆਪਣੇ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ, ਡਿਊਟੀਆਂ, ਜਿਹੜੇ ਅਫਸਰ ਨਹੀਂ ਕੰਮ ਕਰਦੇ ਉਹਨਾਂ ਨੂੰ ਸਸਪੈਂਡ ਕਰ ਦਿਓ ਯਾਰ। ਇੱਕ ਨੂੰ ਜਲੀਲ ਕੀਤਾ ਤੁਸੀਂ, 2 ਹੋਰ ਅਸਤੀਫਾ ਦੇ ਗਏ ਵੀ ਇਹ ਤਾਂ ਸਾਡੇ ਪਰ ਵੀ ਆ ਜਾਣਗੇ ਕੱਲ ਨੂੰ। ਤੁਹਾਨੂੰ ਲੱਗਦਾ ਨਹੀਂ ਕਰਦੇ ਬਾਈ ਜੀ, ਉਹਨਾਂ ਨੂੰ ਕਿਰਪਾ ਕਰਕੇ ਡਿਸਮਿਸ ਕਰੋ, ਸਸਪੈਂਡ ਕਰੋ, ਲੋਕਾਂ ਨੂੰ ਪਤਾ ਲੱਗੇ ਤੁਸੀਂ ਕਾਰਵਾਈਆਂ ਕਰਨ ਲੱਗੇ। ਪਰ ਜੇ ਤੁਸੀਂ ਕਹਤਾ ਜੀ ਇੱਥੇ ਬੈੱਡਾਂ ਤੇ ਲੇਟ ਜਾ, ਕਿਸੇ ਪੁਲਿਸ ਇੰਸਪੈਕਟਰ ਨੂੰ ਦਬਕਾ ਮਾਰੀ ਜਾਂਦੀ ਹੈ, ਉੱਥੇ ਲੁਧਿਆਣੇ ਵਾਲੀ ਇੱਕ ਤੁਹਾਡੀ ਵਿਧਾਇਕਾ ਵੀ ਤੂੰ ਮੇਰੇ ਇਲਾਕੇ 'ਚ ਕਿਵੇਂ ਆ ਗਈ, ਕਿਸ ਤਰ੍ਹਾਂ, ਤੇ ਇਹ ਛੱਡੋ ਯਾਰ, ਇਹ ਕੰਮ ਨਹੀਂ ਕਰਨ ਵਾਲੇ ਹੈਗੇ। ਜਿਹੜੇ ਕੰਮ ਕਰਨ ਵਾਲੇ ਆ, ਜਿਹਦੇ ਨਾਲ ਪੰਜਾਬ ਦਾ ਭਲਾ ਹੋਣਾ, ਉਹ ਕਰ ਲਓ। ਜਿਹੜੇ ਅਫਸਰ ਮਾੜੇ ਨੇ, ਜਿਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਉਹਨੂੰ ਕਾਨੂੰਨ ਮੁਤਾਬਕ ਨਜਿੱਠੋ। ਆਪ ਇਹ ਜੰਗਲ ਰਾਜ ਨਹੀਂ ਹੈਗਾ, ਇਹ ਤੁਹਾਡੀ ਡਿਕਟੇਟਰਸ਼ਿਪ ਨਹੀਂ, ਪੰਜਾਬ ਹੈ, ਠੀਕ ਹੈ। ਇਸ ਕਰਕੇ ਅਸੀਂ ਤਾਂ ਬੋਲਾਂਗੇ ਭਾਈ, ਜਦੋਂ ਗਲਤ ਤੁਸੀਂ ਕਰੋਗੇ ਅਸੀਂ ਬੋਲਾਂਗੇ, ਜੇ ਸਾਨੂੰ ਲੱਗਿਆ ਅਸੀਂ ਜ਼ਰੂਰ ਇਹਦੇ ਬਾਰੇ ਕਰਾਂਗੇ। ਸੋ ਬਹੁਤ ਲੋਕ ਕਹਿ ਰਹੇ ਸੀਗੇ, ਬਹੁਤ ਲੋਕ ਕਹਿੰਦੇ ਜੀ ਤੁਸੀਂ ਨਜਾਇਜ਼ ਜ਼ਮੀਨਾਂ ਬਾਰੇ ਨਹੀਂ ਬੋਲਦੇ। ਮੈਂ ਤਾਂ ਇਹ ਵੀ ਕਹਿੰਦਾ ਬਈ ਬਾਈ, ਨਜਾਇਜ਼ ਜ਼ਮੀਨਾਂ ਜੇ ਕਿਸੇ ਨੇ ਦੱਬੀਆਂ, ਜੋ ਚਾਹੇ ਸਿਮਰਨਜੀਤ ਸਿੰਘ ਮਾਨ ਆ, ਫਿਰ ਤੇ ਹੋਰ ਵੀ ਮਾੜੀ ਗੱਲ ਆ ਵੀ ਤੁਸੀਂ ਯਾਰ ਗੱਲ ਸਿੱਖੀ ਦੀ ਕਰਦੇ ਹੋ, ਤੁਸੀਂ ਨਜਾਇਜ਼ ਜ਼ਮੀਨਾਂ ਦੱਬਦੇ ਹੋ। ਪਰ ਜੇ ਉਹ ਭਵਿੱਖ ਦੇ ਵਿੱਚ ਕੋਰਟ ਨੇ ਕਹਿ ਦਿੱਤਾ ਨਾ ਤੁਹਾਨੂੰ, ਜੇ ਭਵਿੱਖ ਦੇ ਵਿੱਚ, ਤਾਂ ਤੁਸੀਂ ਇਹਨਾਂ ਲੋਕਾਂ ਨੇ ਮਾਫੀ ਮੰਗ ਲੈਣੀ, ਕਿਉਂਕਿ ਹੁਣ ਇਹਨਾਂ ਲੋਕਾਂ ਨੇ ਆਹ ਮੁੱਦਾ ਵੀ ਇਹਨਾਂ ਨੇ ਉਹ ਕਰਨਾ ਨਾ, ਕਿਤੇ ਕਿਸੇ ਤਰ੍ਹਾਂ ਬੰਦ ਕਰਨਾ। ਪਰ ਚਲੋ ਭਵਿੱਖ ਦੇ ਗੱਲ 'ਚ ਉਹਦੇ ਬਾਰੇ ਟਿੱਪਣੀ ਕਰਨੀ ਹਲੇ ਉਹ ਨਹੀਂ ਹੈਗੀ, ਪਰ ਮੈਂ ਆਪਣਾ ਵਿਚਾਰ ਜ਼ਰੂਰ ਦੇ ਦਿੱਤਾ ਤੁਹਾਨੂੰ, ਹਨਾ। ਉਸ ਮਾਮਲੇ ਬਾਰੇ ਵੀ ਅਸੀਂ ਬੋਲਾਂਗੇ, ਜਿਹੜਾ ਮਰਜ਼ੀ ਗਲਤ ਹੋਵੇ ਅਸੀਂ ਤਾਂ ਸਵਾਲ ਚੁੱਕਾਂਗੇ। ਅਸੀਂ ਮਿੱਥ ਕੇ ਨਹੀਂ ਕਰਦੇ। ਸਰਕਾਰ ਜਿੱਥੇ ਵਧੀਆ ਕੰਮ ਕਰ ਰਹੀ ਹੈ, ਉਹਨਾਂ ਦੀ ਸ਼ਲਾਘਾ ਵੀ ਪਿਛਲੇ ਸਮਿਆਂ ਦੇ ਵਿੱਚ ਕੀਤੀ ਹੈ, ਕਰਦੇ ਰਹਾਂਗੇ ਭਾਈ ਜੀ। ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।